मोड हाँ जी सो पीरियोडिक मोशन ਜਿਹੜਾ ਬੇਟਾ ਆਪਾਂ ਇਹਦੇ ਵਿੱਚ ਕੁਝ ਟਰਮਸ ਆਪਾਂ ਡਿਸਕਸ ਕਰ ਚੁੱਕੇ ਹਾਂ ਜਿਸ ਲਈ ਪੀਰੀयोडिक मोशन ਕੀ ਹੁੰਦਾ ਹੈ ऑसिलेटरी मोशन ਕੀ ਹੁੰਦਾ ਹੈ ਉਸ ਤੋਂ ਬਾਅਦ डिस्प्लेसमेंट ਦੀ ਗੱਲ ਕੀਤੀ ਸੀ टाइम पीरियड हो गया फ्रीक्वेंसी हो गई वाइब्रेशंस हो गई या फेज डिफरेंस हो गया फेजर हो गया ਉਸ ਤੋਂ ਬਾਅਦ ਆਪਾਂ ਸਿੰਪਲ ਹਾਰਮੋਨਿਕ ਮੋਸ਼ਨ ਸਟੱਡੀ ਕੀਤਾ ਸੀਗਾ ਕਿ ਆਪਣੇ ਕੋਲ ਜਿਹੜਾ ਸਿੰਪਲ ਹਾਰਮੋਨਿਕ ਮੋਸ਼ਨ ਹੋਏਗਾ ऑसिलेटरी मोशन ਹੋਏਗਾ ਜਿਹਨੂੰ ਆਪਾਂ SHM ਵੀ ਕਹਿੰਦੇ ਆ ਉਸ ਕੇਸ ਦੇ ਵਿੱਚ ਆਪਣੇ ਕੋਲ ਜਿਹੜੀ ਇਕੁਏਸ਼ਨਸ ਗਵਰਨ ਹੋਣਗੀਆਂ ਦੇ ਵਿਲ ਬੀ ਸਿਨੋਸਾਇਡਲ ਔਰ ਕੋਸਾਈਨ ਵੇਵਸ ਸੋ ਆਪਣੇ ਕੋਲ ਜਿਹੜਾ ਰਿਜ਼ਲਟ ਆਏਗਾ x will be equal to a cos theta and y will be equal to a sin theta ਮਤਲਬ ਕਿ ਆਪਾਂ ਸਿੰਪਲ ਹਾਰਮੋਨਿਕ ਮੋਸ਼ਨ ਨੂੰ ਟ੍ਰਿਗਨੋਮੈਟ੍ਰਿਕ ਫੰਕਸ਼ਨਸ ਦੀ ਟਰਮਸ ਦੇ ਵਿੱਚ ਲਿਖ ਸਕਦੇ ਆ ਸੋ ਦੇ ਰਿਗਾਰਡਿੰਗ ਆਪਾਂ ਕੁਝ ਨਾ ਕੁਝ ਗੱਲਾਂ ਕੀਤੀਆਂ ਸੀਗੀਆਂ ਐਂਗੂਲਰ ਫ੍ਰੀਕੁਐਂਸੀ ਓਮੇਗਾ ਹੁੰਦੀ ਹੈ 2 ਪਾਈ ਬਾਈ ਕੈਪੀਟਲ ਡੀ ਹੁੰਦੀ ਹੈ ਅਬ ਜਸਟ ਰਿਵਾਈਂਡਿੰਗ ਆਪਾਂ ਆਪਣੇ ਮੇਨ ਲੈਕਚਰ ਵੱਲ ਜਾ ਰਹੇ ਹਾਂ So simple harmonic motion की होएगा रीस्टोरिंग फोर्स होएगी f is equal to minus s into x होएगा so and ਉਹਦਾ डायमेंशनल फार्मूला भी देखਿਆ ਸੀ ਬੇਟਾ एक्सेलरेशन ਆਪਾਂ फाइंड आउट ਕੀਤੀ ਸੀ simple harmonic motion ਦੇ corresponding ਕੀ ਹੋ ਜਾਏਗਾ एक्सेलरेशन ਜਿਹੜੀ ਹੈ ਬੇਟਾ ਉਹ ਡਾਇਰੈਕਟਲੀ ਤੁਹਾਡੀ डिस्प्लेसमेंट ਦੇ ਨਾਲ ਰਿਲੇਟਡ ਹੋਏਗੀ ਐਂਡ ਵਿਦ ਨੈਗੇਟਿਵ ਸਾਈਨ ਹੋਏਗੀ ਸੋ ਇਹ ਚੀਜ਼ਾਂ ਆਪਾਂ ਆਲਰੇਡੀ ਬੇਟਾ ਡਿਸਕਸ ਕਰ ਚੁੱਕੇ ਹਾਂ ਹੁਣ ਆਪਾਂ ਗੱਲ ਕਰਾਂਗੇ ਬੇਟਾ ਸਿੰਪਲ ਹਾਰਮੋਨਿਕ ਮੋਸ਼ਨ ਐਜ਼ ਪ੍ਰੋਜੈਕਸ਼ਨ ਆਫ ਯੂਨੀਫਾਰਮ ਸਰਕੂਲਰ ਮੋਸ਼ਨ तो सर्कुलर मोशन की आप गल कर रहे हैं बेटा अगर आप सर्कुलर मोशन नु है सर्कुलर मोशन सपोज करो अपने को एक पार्टिकल है एंड पार्टिकल इज p आई होप ਤੁਹਾਨੂੰ क्लियर होएगा बेटा सो पार्टिकल p ਜਿਹੜਾ ਹੈ p पॉइंट ਜਿਹੜਾ ਹੈ ਉਹ ਆਪਣੇ ਸਰਕਲ ਦੇ ਵਿੱਚ ਮੂਵ ਕਰ ਰਿਹਾ ਹੈ ਇਨੀਸ਼ੀਅਲੀ ਇਟ ਵਾਸ ਐਟ ਪੁਆਇੰਟ x and then it moved towards point y and then it moved towards point x prime and then it moves toward y prime and then again it is moving towards x मतलब एक थोड़ा पार्टिकल ਜਿਹੜਾ ਹੈ it is one complete ਜਿਹੜੀ revolution ਹੈ execute ਕਰ ਰਿਹਾ ਹੈ and ਉਸ ਤੋਂ ਬਾਅਦ ਆਪਣਾ ਪਾਰਟੀਕਲ ਦੁਬਾਰਾ ਸੇਮ ਮੇਨ ਪੋਜੀਸ਼ਨ ਦੇ ਉੱਪਰ ਆ ਜਾਂਦਾ ਹੈ ਸੋ ਅਗਰ ਆਪਾਂ ਇਹਨੂੰ ਸਟੱਡੀ ਕਰਨ ਦੀ ਗੱਲ ਕਰੀਏ ਤਾਂ ਅਗਰ ਆਪਣੇ ਕੋਲ ਸਪੋਜ਼ ਕਰੋ ਐਟ ਅ ਪਾਰਟਿਕੂਲਰ ਟਾਈਮ t ਤੁਹਾਡਾ ਪਾਰਟੀਕਲ ਇਸ ਪੋਜੀਸ਼ਨ ਦੇ ਉੱਪਰ ਬੈਠਾ ਹੋਇਆ ਹੈ that is position p and ਉਸ ਪੋਜੀਸ਼ਨ ਨੂੰ ਅਗਰ ਆਪਾਂ origin ਦੇ ਨਾਲ ਜੁਆਇਨ ਕਰੀਏ then it will turn out to be a angle theta that will be equal to omega t ਦੇ ਬਰਾਬਰ ਹੋ ਜਾਏਗਾ ਜਿਹੜਾ ਐਂਗਲ ਹੈ ਐਟ ਪਾਰਟਿਕੂਲਰ ਟਾਈਮ t ਦੇ ਉੱਪਰ ਜਿਹੜਾ ਤੁਹਾਡਾ ਪਾਰਟੀਕਲ origin ਦੇ ਨਾਲ ਐਂਗਲ ਬਣਾਏਗਾ that will be equal to omega t ਦੇ ਬਰਾਬਰ ਹੋਏਗਾ ਸੋ ਅਗਰ ਆਪਾਂ ਮੇਨ ਚੀਜ਼ ਜਿਹੜੀ ਹੈ ਮੇਨ ਗੱਲ ਤੇ ਆਈ ਆਪਾਂ ਅਗਰ ਵੀ ਆਪਾਂ ਨੂੰ ਐਸ ਸੱਚ ਸਿੰਪਲ ਹਾਰਮੋਨਿਕ ਮੋਸ਼ਨ ਨਹੀਂ ਕਹਿ ਸਕਦੇ ਇਸ ਜਿਹੜਾ ਸਰਕੂਲਰ ਮੋਸ਼ਨ ਨੂੰ ਹੁਣ ਆਪਾਂ ਨੂੰ ਇਹਦੇ ਲਈ ਮੀਨ ਪੋਜੀਸ਼ਨ ਚਾਹੀਦੀ ਹੈ ਪਾਰਟੀਕਲ ਆਪਣੀ ਮੀਨ ਪੋਜੀਸ਼ਨ ਨੂੰ ਥੋੜੇ ਟਾਈਮ ਬਾਅਦ ਰੀਟ੍ਰੇਸ ਕਰਨਾ ਚਾਹੀਦਾ ਹੈ ਉਹਦਾ ਇੱਕ ਪਾਰਟਿਕੂਲਰ ਟਾਈਮ ਪੀਰੀਅਡ ਹੋਣਾ ਚਾਹੀਦਾ ਉਹਦੇ ਲਈ ਆਪਾਂ ਕੀ ਕਰਦੇ ਬੇਟਾ ਆਪਾਂ ਪਾਰਟੀਕਲ p ਜਿਹੜਾ ਹੈ ਉਹਦੀ ਪ੍ਰੋਜੈਕਸ਼ਨ ਲਈ ਜਾਂਦੀ ਹੈ ਔਨ ਟੂ ਦੀ y ਐਕਸਿਸ ਸੋ y ਉਹ y ਪ੍ਰਾਈਮ ਦਾ ਤੁਹਾਡੀ ਵਰਟੀਕਲ ਐਕਸਿਸ ਹੈ ਐਂਡ x ਉਹ x ਪ੍ਰਾਈਮ ਜਿਹੜੀ ਹੈ ਤੁਹਾਡੀ ਹੌਰੀਜ਼ੌਨਟਲ ਐਕਸਿਸ ਹੈ ਕਲੀਅਰ ਸੋ ਇਹ ਜਿਹੜੀ ਐਕਸਿਸ ਹੈ ਵਰਟੀਕਲ ਐਕਸਿਸ ਹੈ ਜਦੋਂ ਇਹਦੇ ਉੱਪਰ ਤੁਸੀਂ ਪਾਰਟੀਕਲ ਨੂੰ ਪ੍ਰੋਜੈਕਟ ਕਰਵਾਓਗੇ ਤਾਂ ਇਹਦਾ ਜਿਹੜਾ ਪਾਰਟੀਕਲ ਦਾ ਡਿਸਟੈਂਸ ਹੈ origin ਤੋਂ ਉਹਨੂੰ ਆਪਾਂ on ਕਿਹਾ ਜਾਏਗਾ ठीक है सो जिस तरह पार्टिकल अगर x पोजीशन पे है तो ये वाला ओवन पार्ट डिस्टेंस की हो जाएगा बेटा 0 तो अगर पार्टिकल इतने हो गया तो ये पॉइंट डिस्टेंस कितना हो जाएगा बेटा o ऑफ n अगर पार्टिकल थोड़ा जा और ऊपर चला गया तो उसके कॉरस्पॉन्डिंग डिस्टेंस कितना हो जाएगा बेटा o into n की जगह m हो जाएगा सो डिस्टेंस थोड़ा जा बढ़ जाएगा सो जितना जितना पार्टिकल x तो y पोजीशन वाल जाएगा तो ਤੁਹਾਡਾ ਜਿਹੜਾ डिस्टेंस है o तो y वाला सॉरी o n वाला ये हौली हौली ਵਧਣਾ शुरू करेगा राइज ਹੁੰਦਾ ਜਾਏਗਾ टिल ਤੁਹਾਡਾ ਪਾਰਟੀਕਲ ਇੱਥੇ y ਪੋਜੀਸ਼ਨ ਤੇ ਆ ਜਾਂਦਾ ਹੈ ਜਿੱਥੇ ਇਹਦੀ ਪ੍ਰੋਜੈਕਸ਼ਨ ਮੈਕਸਿਮਮ ਹੋ ਜਾਏਗੀ ਠੀਕ ਹੈ ਜੀ ਔਨ ਟੂ ਦੀ y ਐਕਸਿਸ ਉਸ ਤੋਂ ਬਾਅਦ ਕੀ ਹੈ ਪਾਰਟੀਕਲ ਤੁਹਾਡਾ ਲੈਫਟ ਸਾਈਡ ਨੂੰ ਮੂਵ ਕਰਨਾ ਸ਼ੁਰੂ ਕਰ ਦੇਗਾ ਐਂਡ ਅਗਰ ਸਪੋਜ਼ ਕਰੋ ਜਿੱਥੇ ਤੁਹਾਡਾ ਐਰੋ ਮਾਰਕ ਕੀਤਾ ਹੋਇਆ ਤੁਹਾਡਾ ਪਾਰਟੀਕਲ ਇਸ ਪੋਜੀਸ਼ਨ ਤੇ ਪਹੁੰਚ ਗਿਆ ਐਂਡ ਉਸ ਤੇ ਕੀ ਹੋ ਜਾਏਗਾ ਬੇਟਾ ਤੁਹਾਡਾ ਜਿਹੜੀ ਮੈਕਸਿਮਮ ਸੀਗੀ ਉਸ ਤੋਂ ਬਾਅਦ ਕੀ ਹੈ ਇਸ ਨੂੰ ਡਾਇਰੈਕਟਲੀ ਔਨ ਦੀ y ਐਕਸਿਸ ਪ੍ਰੋਜੈਕਟ ਕਰੋਗੇ ਤਾਂ ਤੁਹਾਡਾ ਡਿਸਟੈਂਸ n ਦੇ ਬਰਾਬਰ ਹੀ ਆ ਜਾਏਗਾ ਉਹ n ਦੇ ਬਰਾਬਰ ਆ ਜਾਏਗਾ ਸੋ ਤੁਸੀਂ ਮਤਲਬ ਕੀ ਹੋ ਗਿਆ ਤੁਹਾਡਾ ਜਿਹੜਾ ਪ੍ਰੋਜੈਕਸ਼ਨ ਸੀ that was rising from o up to n and then again up to y and ਉਸ ਤੋਂ ਬਾਅਦ ਇਹ ਡਿਸਟੈਂਸ ਜਿਹੜਾ ਹੈ ਉਹ ਜਿਹੜਾ ਪ੍ਰੋਜੈਕਸ਼ਨ ਹੈ ਉਹ ਡਿਕਰੀਜ਼ ਕਰਨਾ ਸਟਾਰਟ ਕਰਦਾ ਹੈ y ਤੋਂ ਲੈ ਕੇ n ਤੱਕ ਆ ਜਾਂਦਾ ਹੈ ਐਂਡ n ਤੋਂ ਲੈ ਕੇ ਵਾਪਸ origin ਤੱਕ ਚਲਾ ਜਾਂਦਾ ਜਦੋਂ ਤੁਹਾਡਾ ਪਾਰਟੀਕਲ ਅੱਗੇ x ਪ੍ਰਾਈਮ ਦੇ ਉੱਪਰ ਆਏਗਾ एंड अगेन उस तो बाद x प्राइम तो ਤੁਹਾਡਾ ਜਿਹੜਾ ਪਾਰਟੀਕਲ ਹੈ y ਪ੍ਰਾਈਮ ਵੱਲ ਜਾਣ ਦੀ ਕੋਸ਼ਿਸ਼ ਕਰੇਗਾ ਐਂਡ ਜਿਸ ਵੇਲੇ ਤੁਹਾਡਾ ਪ੍ਰਾਈਮ ਸਪੋਜ਼ ਕਰੋ ਇੱਥੇ ਐਰੋ ਮਾਰਕ ਕੀਤਾ ਹੋਇਆ ਇਸ ਪੁਆਇੰਟ ਨੂੰ ਆਪਾਂ ਪ੍ਰੋਜੈਕਟ ਕਰੀਏ ਔਨ ਟੂ ਦੀ y ਐਕਸਿਸ ਤਾਂ ਕੀ ਹੋ ਜਾਏਗਾ ਬੇਟਾ ਤੁਹਾਡਾ ਜਿਹੜਾ ਡਿਸਟੈਂਸ ਹੋ ਜਾਏਗਾ ਫਰਮ ਦੀ ਰੀਜਨ ਇਟ ਵਿਲ ਬੀ o ਆਫ m ਔਰ ਸਮਥਿੰਗ ਲਾਈਕ ਦੈਟ ਤੁਸੀਂ ਇਹਨੂੰ ਪ੍ਰੋਜੈਕਟ ਕਰਵਾ ਕੇ ਦੇਖ ਸਕਦੇ ਹੋ ਮਤਲਬ ਇਹ ਡਿਸਟੈਂਸ ਜਿਹੜਾ ਹੈ ਉਹ ਨੈਗੇਟਿਵ y ਡਾਇਰੈਕਸ਼ਨ ਵੱਲ ਵੱਧ ਜਾਏਗਾ ਜਦੋਂ ਤੁਹਾਡਾ ਪਾਰਟੀਕਲ ਇੱਥੇ ਪਹੁੰਚ ਜਾਏਗਾ ਤਾਂ ਇਹ ਵਾਲਾ ਪ੍ਰੋਜੈਕਸ਼ਨ ਔਨ ਟੂ ਦੀ ਨੈਗੇਟਿਵ y axis it will become maximum and after that it will traverse towards the right hand side or fourth quadrant
ਜਿੱਥੇ ਕਿ ਤੁਹਾਡੇ ਕੋਲ ਕੀ ਹੋ ਜਾਏਗਾ, ਤੁਹਾਡੇ ਕੋਲ ਜਿਹੜਾ ਪਾਰਟੀਕਲ ਹੈ, ਪਾਰਟੀਕਲ ਜਿਹੜਾ ਪ੍ਰੋਜੈਕਸ਼ਨ ਹੈ, ਪ੍ਰੋਜੈਕਸ਼ਨ ਜਦੋਂ ਆਏਗਾ ਤਾਂ ਉਹ ਆਪਣਾ ਘਟਣ ਲੱਗ ਜਾਏਗਾ। ਸੋ ਅਲਟੀਮੇਟਲੀ ਕੀ ਹੈ, ਪਾਰਟੀਕਲ ਜਿਹੜਾ ਪ੍ਰੋਜੈਕਸ਼ਨ ਹੈ onto the y axis it will be executing simple harmonic motion। ਸੋ ਪਾਰਟੀਕਲ ਕੀ ਕਰੇਗਾ, ਜਦੋਂ ਪ੍ਰੋਜੈਕਟ ਕਰਵਾਵਾਂਗੇ ਤਾਂ ਇਹ ਕੀ ਕਰੇ ਕੀਤਾ ਪਾਰਟੀ ਬੇਟਾ, O ਤੋਂ ਲੈ ਕੇ N ਤੱਕ ਗਿਆ, ਉਸ ਤੋਂ ਬਾਅਦ ਫਿਰ O ਤੋਂ N ਤੋਂ ਲੈ ਕੇ y ਤੋਂ ਲੈ ਕੇ 0 ਤੱਕ ਆਇਆ, ਉਸ ਤੋਂ ਬਾਅਦ 0 ਤੋਂ ਲੈ ਕੇ ਫਿਰ y ਪ੍ਰਾਈਮ ਤੱਕ ਗਿਆ, ਐਂਡ ਅਗੇਨ y ਪ੍ਰਾਈਮ ਤੋਂ ਲੈ ਕੇ 0 ਤੱਕ ਆਇਆ। तो ਇਹਨਾਂ ਨੇ ਬਣਾਇਆ ਹੋਇਆ ਬੇਟਾ, ਸੋ ਇਟ ਇਜ਼ ਐਗਜ਼ੀਕਿਊਟਿੰਗ ਸਿੰਪਲ ਹਾਰਮੋਨਿਕ ਮੋਸ਼ਨ। ਕਿਵੇਂ, ਪਾਰਟੀਕਲ ਤੁਹਾਡਾ ਜਦੋਂ ਸਟਾਰਟ ਹੋਇਆ, it is going up to y, then it is going downwards again and again uprising from the negative y axis and it is again passing origin। so ਜਿੱਥੋਂ ਸਟਾਰਟ ਹੋਇਆ ਸੀ ਉੱਥੇ ਵਾਪਸ ਆਉਣ ਤੱਕ ਕੀ ਹੋਏਗਾ ਬੇਟਾ, one complete revolution ਹੋ ਜਾਏਗੀ, one complete time period ਹੋ ਜਾਏਗਾ। so time period one full execution ਦੇ ਬਰਾਬਰ ਹੋਏਗਾ। ठीक है जी। सो इस तरह का कंसेप्ट है। सो इस मोशन ਨੂੰ ਪ੍ਰੋਜੈਕਸ਼ਨ ਔਨ ਦੀ y ਐਕਸਿਸ ਜਿਹੜਾ ਹੈ ਇਹ ਵੀ ਤੁਹਾਡਾ ਸਿੰਪਲ ਹਾਰਮੋਨਿਕ ਮੋਸ਼ਨ ਨੂੰ ਕੰਡਕਟ ਕਰਵਾਏਗਾ। ਸੋ ਇਸ ਪ੍ਰੋਜੈਕਸ਼ਨ ਨੂੰ ਅਗਰ ਆਪਾਂ x ਐਕਸਿਸ ਦੇ ਉੱਪਰ ਲੈ ਲਈਏ ਉਹ ਵੀ ਇੱਕ ਸਿੰਪਲ ਹਾਰਮੋਨਿਕ ਮੋਸ਼ਨ ਬਣ ਜਾਏਗਾ, ਅਗਰ ਆਪਾਂ ਇਹਨੂੰ y ਐਕਸਿਸ ਦੇ ਉੱਪਰ ਲੈ ਲਈਏ ਤਾਂ ਵੀ ਇੱਕ ਸਿੰਪਲ ਹਾਰਮੋਨਿਕ ਮੋਸ਼ਨ ਬਣ ਜਾਏਗਾ। ਕਿਤੇ ਤੁਹਾਡੇ ਕੋਲ cos of omega t ਆ ਜਾਏਗਾ, ਕਿਤੇ ਤੁਹਾਡੇ ਕੋਲ sin of omega t ਆ ਜਾਏਗਾ, whether you are choosing y axis projection or you are choosing x axis projection। ठीक है जी। सो इक्वेशन ऑफ सिंपल हार्मोनिक मोशन लिखा हुआ है। सो इक्वेशन ऑफ सिंपल हार्मोनिक मोशन। सो अगर बेटा ਤੁਹਾਨੂੰ ਆਵਾਜ਼ ਕਲੀਅਰ ਨਹੀਂ ਆ ਰਹੀ ਤਾਂ ਮੈਨੂੰ ਦੱਸ ਦਿਓ ਕਿ ਵਿੱਚ ਅਗਰ ਪ੍ਰੋਬਲਮ ਆ ਰਹੀ ਹੋਏਗੀ ਤਾਂ ਮੈਨੂੰ ਨਾਲ ਦੀ ਨਾਲ ਦੱਸ ਦੇ ਦਿਓ। ਠੀਕ ਹੈ ਜੀ। ਅਗਰ ਆਵਾਜ਼ ਨਹੀਂ ਆਏਗੀ ਤਾਂ ਮੈਨੂੰ ਮੈਸੇਜ ਜ਼ਰੂਰ ਕਰ ਦੇਣਾ। ਸੋ ਐਗਜ਼ੀਕਿਊਸ਼ਨ ਆਫ ਸਿੰਪਲ ਹਾਰਮੋਨਿਕ ਮੋਸ਼ਨ ਦੀ ਗੱਲ ਆਈ ਹੈ, ਆਈ ਹੋਪ ਤੁਹਾਨੂੰ ਕਲੀਅਰ ਹੈ ਬੇਟਾ। ਸੋ ਓਮੇਗਾ ਇਜ਼ ਇਕੁਅਲ ਟੂ 2 ਪਾਈ ਬਾਈ ਕੈਪੀਟਲ ਟੀ ਆਪਾਂ ਪੜਿਆ ਹੋਇਆ ਬੇਟਾ। ਐਂਗੂਲਰ ਫ੍ਰੀਕੁਐਂਸੀ ਜਿਹੜੀ ਹੁੰਦੀ ਹੈ 2 ਪਾਈ ਬਾਈ ਕੈਪੀਟਲ ਟੀ ਦੇ ਬਰਾਬਰ ਹੁੰਦੀ ਹੈ। ਲੀਨੀਅਰ ਫ੍ਰੀਕੁਐਂਸੀ ਜਿਹੜੀ ਹੁੰਦੀ ਹੈ ਬੇਟਾ ਇਟ ਇਜ਼ ਇਕੁਅਲ ਟੂ 1 ਬਾਈ ਟੀ। ਸੋ ਓਮੇਗਾ ਇਜ਼ ਰਿਲੇਟਡ ਟੂ ਟਾਈਮ ਪੀਰੀਅਡ ਵਿਦ ਦ ਫੈਕਟਰ ਆਫ 2 ਪਾਈ। ठीक है जी। तो उस तो बाद ਆਪਾਂ ਕੀ ਕਰਾਂਗੇ ਬੇਟਾ, ਸਿੰਪਲ ਹਾਰਮੋਨਿਕ ਮੋਸ਼ਨ ਦੀ ਆਪਾਂ ਇਕੁਏਸ਼ਨ ਫਾਈਂਡ ਆਊਟ ਕਰਨੀ ਹੈ। ਸਪੋਜ਼ ਕਰੋ ਹੋ ਸਕਦਾ ਮੇਰਾ ਪਾਰਟੀਕਲ ਸਟਾਰਟਿੰਗ ਦੇ ਵਿੱਚ x ਦੇ ਉੱਪਰ ਨਾ ਹੋਵੇ, ਹੋ ਸਕਦਾ ਮੇਰਾ ਪਾਰਟੀਕਲ ਜਿਹੜਾ ਹੈ ਸਟਾਰਟਿੰਗ ਦੇ ਵਿੱਚ p ਨਾਟ ਕਿਸੇ ਪਾਰਟਿਕੂਲਰ ਪੁਆਇੰਟ ਤੇ ਪਿਆ ਹੋ ਸਕਦਾ ਹੈ। ਸੋ ਜ਼ਰੂਰੀ ਨਹੀਂ ਮੈਂ 24 ਘੰਟੇ ਘਰ ਹੀ ਬੈਠਾ ਹੋਵਾਂਗਾ, ਹੋ ਸਕਦਾ ਮੈਂ ਕਿਤੇ ਆਪਣੇ ਰਿਸ਼ਤੇਦਾਰ ਦੇ ਵੀ ਗਿਆ ਹੋ ਸਕਦਾ, ਜਾਂ ਮੈਂ ਕਿਤੇ ਹੋਰ ਸਕੂਲ ਦੇ ਵਿੱਚ ਆਇਆ ਜਾਂ ਕਾਲਜ ਆਇਆ। ਸੋ ਮਤਲਬ ਕੀ ਹੈ, ਆਈ ਨੀਡ ਨਾਟ ਟੂ ਬੀ ਪ੍ਰੈਜ਼ੈਂਟ ਐਟ ਮਾਈ ਮੇਨ ਪੋਜੀਸ਼ਨ ਈਚ ਐਂਡ ਐਵਰੀ ਟਾਈਮ। ਠੀਕ ਹੈ ਜੀ। ਸੋ ਆਈ ਮੇ ਬੀ ਪ੍ਰੈਜ਼ੈਂਟ ਐਟ p ਨਾਟ ਟਾਈਮਸ। ठीक है जी। सो स्टार्टिंग ਜਿਹੜਾ ਪੁਆਇੰਟ P ਨਾਟ ਹੈ ਇਹਨੂੰ ਆਪਾਂ ਮੰਨ ਕੇ ਚੱਲਦੇ ਹਾਂ ਮੇਰੇ ਕੋਲ ਸਟਾਰਟਿੰਗ ਐਂਗਲ ਆਪਾਂ phi ਹੈ। ਦਿਸ ਇਜ਼ ਕਾਲਡ ਇਨੀਸ਼ੀਅਲ ਫੇਜ਼ ਆਫ ਦੀ ਪਾਰਟੀਕਲ, ਜਿਹਨੂੰ ਆਪਾਂ phi ਨਾਲ ਲਿਖਿਆ ਜਾਂਦਾ ਹੈ। ਉਸ ਤੋਂ ਬਾਅਦ ਬੇਟਾ ਆ ਗਿਆ ਆਪਣੇ ਕੋਲ P ਨਾਟ ਤੋਂ ਬਾਅਦ ਆਪਾਂ ਪਾਰਟੀਕਲ ਨੂੰ ਮੂਵ ਕਰਵਾਉਣਾ ਸਟਾਰਟ ਕਰਦੇ ਹਾਂ। ਸਪੋਜ਼ ਕਰੋ ਐਟ ਅ ਪਾਰਟਿਕੂਲਰ ਇੰਸਟੈਂਟ ਆਫ ਟਾਈਮ ਆਪਣੇ ਕੋਲ ਜਿਹੜਾ ਪੁਆਇੰਟ ਹੈ ਦੈਟ ਇਜ਼ ਪੁਆਇੰਟ P। ਠੀਕ ਹੈ ਜੀ। ਸੋ ਪੁਆਇੰਟ P ਜਿਹੜਾ ਹੈ ਅਬ ਉਹ ਦੈਟ ਇਜ਼ आफ्टर टाइम t एंड सपोज करो a p नॉट वाले पॉइंट ਦੇ ਨਾਲ ਟੋਟਲ ਐਂਗਲ ਕਿੰਨਾ ਬਣਾ ਰਿਹਾ ਬੇਟਾ ओमेगा t। ਸੋ ਟੋਟਲ ਐਂਗਲ ਵਿਦ ਦੀ x ਐਕਸਿਸ ਕਿੰਨਾ ਹੋ ਗਿਆ ਬੇਟਾ ओमेगा t plus phi। ਸੋ ਸਟਾਰਟਿੰਗ ਦੇ ਵਿੱਚ ਆਪਾਂ ਕੀ ਕੀਤਾ ਸੀਗਾ, p ਨॉट ਕੰਸੀਡਰ ਨਹੀਂ ਸੀ ਕੀਤਾ, ਇਸ ਕਰਕੇ ਸਿੱਧਾ ਸਿੱਧਾ ओमेगा t ਲਿਖਿਆ ਸੀ। ਹੁਣ ਆਪਾਂ ਕੀ ਕੀਤਾ ਬੇਟਾ, ਇੱਥੇ ਇਨੀਸ਼ੀਅਲ ਫੇਜ਼ ਆਫ ਦੀ ਪਾਰਟੀਕਲ ਵੀ ਪਾ ਦਿੱਤਾ ਹੈ। ਸੋ ਟੋਟਲ ਐਂਗਲ ओमेगा t plus phi ਦੇ ਬਰਾਬਰ ਹੋ ਗਿਆ। ਠੀਕ ਹੈ ਜੀ। ਸੋ ਆਪਾਂ ਪੁਆਇੰਟ p ਦੀ x ਐਕਸਿਸ ਦੇ ਉੱਪਰ ਪ੍ਰੋਜੈਕਸ਼ਨ om ਲੈ ਲਈ, ਇਹਨੂੰ ਆਪਾਂ x ਕਹਿ ਦਿੱਤਾ। ਪਾਰਟੀਕਲ ਦੀ ਪ੍ਰੋਜੈਕਸ਼ਨ ਔਨ ਦੀ y ਐਕਸਿਸ ਉਹਨੂੰ ਆਪਾਂ y ਕਹਿ ਦਿੱਤਾ। ਸੋ ਆਪਾਂ ਇੱਥੇ ਫਾਈਂਡ ਆਊਟ ਕੀ ਕਰਾਂਗੇ ਬੇਟਾ, what will be the x and what will be the y। ਸੋ ਆਪਣੇ ਕੋਲ ਕੀ ਹੋ ਗਿਆ, x ਕੀ ਹੋ ਗਿਆ ਬੇਟਾ ਬੇਸ, ਇਹ ਹੋ ਗਿਆ ਬੇਟਾ ਪਰਪੈਂਡੀਕੂਲਰ, pm ਐਂਡ om ਦੇ ਵਿਚਕਾਰ ਪਰਪੈਂਡੀਕੂਲਰ 90 ਡਿਗਰੀ ਦਾ ਬਣੇਗਾ। ਇਸ ਕਰਕੇ ਆਪਣੇ ਕੋਲ op ਕੀ ਹੋ ਗਿਆ ਬੇਟਾ ਹਾਈਪੋਟੇਨਸ ਹੋ ਗਿਆ, om ਆਪਣੇ ਕੋਲ ਬੇਸ ਹੋ ਗਿਆ, ਐਂਡ pm ਕੀ ਹੋ ਗਿਆ ਬੇਟਾ ਆਪਣੇ ਕੋਲ परपेंडिकुलर हो गया। सो बेस डिवाइडेड बाय हाइपोटेन्यूज की हो गया बेटा cos थीटा। सो इट विल बी x डिवाइडेड बाय r, इट विल टर्न आउट टू बी cos ऑफ थीटा। थीटा की है बेटा ओमेगा t प्लस y। सो cos ऑफ ओमेगा t प्लस y इट विल टर्न आउट टू बी x बाय r ਦੇ ਬਰਾਬਰ ਆ ਜਾਏਗਾ। ਸਿਮਿਲਰਲੀ ਆਪਾਂ y ਐਕਸਿਸ ਨੂੰ ਪ੍ਰੋਜੈਕਟ ਕੀਤਾ ਹੋਇਆ, ਇਹਦੇ ਵਿੱਚ ਕੀ ਹੋ ਜਾਏਗਾ, a ਵਾਲਾ ਐਂਗਲ 90 ਡਿਗਰੀ ਹੋ ਜਾਏਗਾ, n ਵਾਲਾ ਕੋਰਸਪੋਂਡਿੰਗ pn ਐਂਡ on ਦੇ ਵਿਚਕਾਰ। ਸੋ ਇਟ ਵਿਲ ਟਰਨ ਆउट ਟੂ ਬੀ base divided by hypotenuse, it will turn out to be sin, sorry, it will be something like that। so y by r आ जाएगा बेटा। तो ਇਹਦੇ ਵਿੱਚ ਦਿੱਤਾ ਹੋਇਆ ਹੈ so sin of omega t plus phi। so sin of omega t ਕੀ ਹੋ ਜਾਏਗਾ ਬੇਟਾ, it is mt divided by op। ਠੀਕ ਹੈ ਬੇਟਾ, ਉਹਨੇ ਦੂਸਰੀ ਨਹੀਂ ਰਹੀ ਹੋਈ ਬਿਕੋਜ਼ ਥੀਟਾ ਇਹਦੇ ਨਾਲ ਹੀ ਹੈ, ਇਸ ਕਰਕੇ ਮੈਨੂੰ ਕਨਫਿਊਜ਼ਨ ਹੋ ਗਈ ਸੀ। so it was op ਆਪਣੇ ਕੋਲ ਹਾਈਪੋਟੇਨਸ ਹੋ ਗਿਆ, pm ਤੁਹਾਡਾ ਪਰਪੈਂਡੀਕੂਲਰ ਹੋ ਗਿਆ, ਦਿਸ on ਇਹ ਤੁਹਾਡੇ ਕੋਲ on is equal to pm ਦੇ ਬਰਾਬਰ ਹੋ ਗਿਆ। so it is equal to y। so pm y ਦੇ ਬਰਾਬਰ ਹੋ ਗਿਆ, ਇਸ ਕਰਕੇ ਆਪਣੇ ਕੋਲ ਪਰਪੈਂਡੀਕੂਲਰ ਡਿਵਾਈਡਡ ਬਾਈ ਹਾਈਪੋਟੇਨਸ it will be sin theta। ਇਸ ਕਰਕੇ ਆਪਾਂ ਕੀ ਲਿਖਾਂਗੇ ਬੇਟਾ sin of omega t plus phi it will turn out to be y divided by r ਦੇ ਬਰਾਬਰ ਆ ਜਾਏਗਾ। so om divided by op
ये अपने को cos थीटा हो गया, PM डिवाइडेड बाय OP इट इज कॉरस्पॉन्डिंग टू sin थीटा। ठीक है जी। सो बेस डिवाइडेड बाय हाइपोटेन्यूज cos थीटा दे हो गया, परपेंडिकुलर डिवाइडेड बाय हाइपोटेन्यूज sin थीटा हो गया। सो अल्टीमेटली अपने को की आ गया जी x इज इक्वल टू r cos ओमेगा t प्लस फाई एंड y इज इक्वल टू r sin ओमेगा t प्लस फाई के बराबर आ गया। The equation gives the displacement of the simple harmonic motion along the y-axis as the cosine function. So अपने को अगर y-axis पे प्रोजेक्ट करवाओगे तो अपने को की आएगा बेटा sin थीटा आएगा, अगर x-axis के ऊपर प्रोजेक्ट करवाओगे तो अपने को cos थीटा आएगा। सो ਇਹਦੀ ਆਪਾਂ ग्राफिकल वेरिएशन भी देखांगे। सो ग्राफिकल वेरिएशन किस तरह है, ਇਹਨੂੰ ग्राफिकली ਤੁਸੀਂ ਕਿਦਾਂ ਡਿਪਿਕਟ ਕਰ ਸਕਦੇ ਹੋ। ਸੋ ਇਹਨੂੰ ਆਪਾਂ ਪੁਆਇੰਟ ਨੂੰ ਮੰਨ ਕੇ ਚੱਲਦੇ ਜਿੱਥੋਂ ਆਪਾਂ ਸਟਾਰਟ ਕਰਦੇ ਹਾਂ ਬੇਟਾ। ਹੁਣ ਆਪਾਂ ਫੇਜ਼ ਨਹੀਂ ਲਿਆ ਹੋਇਆ, ਇਹਦੇ ਇਸ ਕੇਸ ਦੇ ਵਿੱਚ ਆਪਾਂ ਸਟਾਰਟਿੰਗ 0 ਦੀ ਕਰਾਂਗੇ। ਸੋ ਇਟ ਵਿਲ ਬੀ P0। ਸੋ ਸਟਾਰਟਿੰਗ ਪੁਆਇੰਟ ਹੋ ਗਿਆ ਬੇਟਾ P0, ਉਸ ਤੋਂ ਬਾਅਦ ਪਾਰਟੀਕਲ ਨੂੰ ਆਪਾਂ ਇੱਕ ਪੋਜੀਸ਼ਨ ਦਿੱਤੀ ਹੋਈ ਦੈਟ ਇਜ਼ P1, ਉਸ ਤੋਂ ਬਾਅਦ P2। ਆਪਾਂ ਸਾਰੇ ਪੁਆਇੰਟ ਨਹੀਂ ਲਏ ਹੋਏ, ਇਨ ਬਿਟਵੀਨ ਸਿਰਫ ਇੱਕ ਹੀ ਪੁਆਇੰਟ ਕੰਸੀਡਰ ਕੀਤਾ ਹੋਇਆ P0 ਐਂਡ P2 ਦੇ ਵਿਚਕਾਰ, x ਐਕਸਿਸ ਐਂਡ y ਐਕਸਿਸ ਦੇ ਵਿਚਕਾਰ ਇੱਕ ਇੱਕ ਪੁਆਇੰਟ ਕੰਸੀਡਰ ਕੀਤਾ ਹਰੇਕ ਕੁਆਡਰੈਂਟ ਦੇ ਵਿੱਚ। ਸੋ ਦਿਸ ਇਜ਼ ਫਰਸਟ ਕੁਆਡਰੈਂਟ, ਸੈਕੰਡ ਕੁਆਡਰੈਂਟ, थर्ड क्वाड्रेंट एंड फोर्थ क्वाड्रेंट। ठीक है जी। सो P0 एंड P2 ਦੇ ਵਿਚਕਾਰ ਕੀ ਆ ਗਿਆ ਬੇਟਾ, ਇਟ ਇਜ਼ P1। ਉਸ ਤੋਂ ਬਾਅਦ P2 ਐਂਡ P4 ਦੇ ਵਿਚਕਾਰ ਜਦੋਂ ਪਾਰਟੀਕਲ ਮੂਵ ਕਰੇਗਾ ਤਾਂ ਆਪਾਂ ਇੱਕ ਪੁਆਇੰਟ ਆਪਾਂ ਲੈ ਲਿਆ P3, P4 ਐਂਡ P6 ਦੇ ਵਿਚਕਾਰ ਇੱਕ ਪੁਆਇੰਟ ਆਪਾਂ ਚੂਜ਼ ਕਰ ਲਿਆ P5 ਐਂਡ P6 ਐਂਡ P8 ਦੇ ਵਿਚਕਾਰ ਇੱਕ ਪੁਆਇੰਟ ਆਪਾਂ ਚੂਜ਼ ਕੀਤਾ ਦੈਟ ਇਜ਼ P7। क्लियर। एंड जो लास्ट वाला पॉइंट है बेटा वो P0 एंड P8 सेम ही हो जाएगा। सो अपने को टोटल डाटा पॉइंट्स कितने हो गए बेटा, 8 पॉइंट्स हो गए। अपन P0 तो P1 जावांगे, 1 हो गया, P1 to P2 2 पॉइंट हो गए, P2 P3 3 पॉइंट हो गए, 4 पॉइंट, सो ऑन 5 पॉइंट, 6वां पॉइंट हो गया, 7th एंड 8th। सुनो अपन की लिखांगे, इथों इथे जांदा कितना टाइम लगा, T1, इथों T2, T3, T4, T5, T6, T7 एंड T8। ਜਾਂ ਫਿਰ ਅਗਰ ਤੁਸੀਂ ਕੰਪਲੀਟ ਰੈਵੋਲੂਸ਼ਨ ਨੂੰ ਕਾਊਂਟ ਕਰਦੇ ਹੋ ਤਾਂ ਤੁਸੀਂ ਇਹਨੂੰ ਲਿਖ ਸਕਦੇ ਹੋ ਟੋਟਲ ਟਾਈਮ ਪੀਰੀਅਡ ਡਿਵਾਈਡਡ ਬਾਈ ਇਹਦੇ ਸੈਗਮੈਂਟ। ਸੋ ਇਹਦੇ ਵਿੱਚ ਕੀ ਹੋ ਜਾਏਗਾ ਬੇਟਾ, ਇਹਨੂੰ ਅਗਰ ਟੋਟਲ ਸੈਗਮੈਂਟ ਆਪਣੇ ਕੋਲ 8 ਬਣੇ ਹੋਏ ਹੈ, ਇੱਥੋਂ ਇੱਥੇ ਤੱਕ ਕਿੰਨਾ ਹੋ ਜਾਏਗਾ ਬੇਟਾ T/8, ਇੱਥੇ ਕੀ ਹੋ ਜਾਏਗਾ 2T/8, ਇੱਥੇ 3T/8, ਇੱਥੇ 4T/8, ਇੱਥੇ 5T/8, 6T/8, 7T/8 एंड 8T/8 ਦੇ ਬਰਾਬਰ ਹੋ ਜਾਏਗਾ। ਸੋ ਇੱਥੇ ਇਹਨਾਂ ਸੈਗਮੈਂਟ ਬਣਾਏ ਹੋਏ। ਸੋ ਫਸਟ ਇੱਥੋਂ ਇੱਥੇ ਤੱਕ ਜਾਣ ਦੇ ਲਈ T/8 ਟਾਈਮ ਲੱਗਾ, ਉਸ ਤੋਂ ਬਾਅਦ 2 ਟਾਈਮਸ, 3 ਟਾਈਮਸ, 4 ਟਾਈਮਸ, 5 ਟਾਈਮਸ, 6 ਟਾਈਮਸ, 7 ਐਂਡ 8 ਟਾਈਮ, 8T ਡਿਵਾਈਡਡ ਬਾਈ 8। ਸੋ ਕੰਪਲੀਟ ਰੈਵੋਲੂਸ਼ਨ ਹੋ ਜਾਂਦੀ ਹੈ। ਸੋ ਉਹਦੇ ਵਿੱਚ ਹੁਣ ਆਪਣੇ ਕੋਲ ਬੇਟਾ ਦੋ ਆਪਸ਼ਨਸ ਹੋਣਗੀਆਂ, एक ਆਪਾਂ y एक्सिस ਦੇ ਉੱਪਰ ਪ੍ਰੋਜੈਕਟ ਕਰਵਾਈਏ, ਇੱਕ ਆਪਾਂ x एक्सिस ਦੇ ਉੱਪਰ ਪ੍ਰੋਜੈਕਟ ਕਰਵਾਈਏ। ਸੋ ਇੱਥੇ ਆਪਣੇ ਕੋਲ ਦੋਨੋਂ ਪੋਸਿਬਿਲਿਟੀਜ਼ ਹੈ। ਸੋ ਅਗਰ ਆਪਾਂ y एक्सिस ਦੇ ਉੱਪਰ ਪ੍ਰੋਜੈਕਟ ਕਰਵਾਈਏ ਤਾਂ ਕੀ ਹੋ ਜਾਏਗਾ, ਸੋ ਅਗਰ ਆਪਾਂ ਪਾਰਟੀਕਲ ਅਗਰ ਸਪੋਜ਼ ਕਰੋ ਇੱਥੇ z ਤਾਂ ਪ੍ਰੋਜੈਕਸ਼ਨ ਕਿੰਨੀ ਹੋਗੀ 0 ਬੇਟਾ, ਇਸ ਕਰਕੇ ਆਪਣੇ ਕੋਲ ਰੀਜਨ ਆ ਗਿਆ 0। ਸੋ ਜਿਸ ਵੇਲੇ ਆਪਾਂ ਪਾਰਟੀਕਲ ਨੂੰ P1 ਦੇ ਉੱਪਰ ਕੰਸੀਡਰ ਕਰਾਂਗੇ ਤਾਂ P1 ਦੇ ਕੋਰਸਪੋਂਡਿੰਗ ਆਪਣੇ ਕੋਲ ਕੀ ਆ ਜਾਏਗਾ, P1 ਦੇ ਕੋਰਸਪੋਂਡਿੰਗ ਪ੍ਰੋਜੈਕਸ਼ਨ ਕਿੰਨੀ ਆ ਗਈ a ਸਕੁਆਇਰ ਨੂੰ। ਸੋ ਇਟ ਵਿਲ ਬੀ ਸਮਥਿੰਗ ਲਾਈਕ O into n। ਸੋ ਇਸ ਨੂੰ ਅਗਰ ਆਪਾਂ ਡਾਇਰੈਕਟਲੀ ਆਪਾਂ ਸਾਈਨ ਗ੍ਰਾਫ ਪਲਾਟ ਦੇ ਉੱਪਰ ਲੈ ਕੇ ਚੱਲੀਏ ਤਾਂ ਆਪਣੇ ਕੋਲ ਇਹ ਵਾਲਾ ਪੁਆਇੰਟ ਆ ਜਾਏਗਾ 1 ਪ੍ਰਾਈਮ ਦਾ। ਸੋ ਉਸ ਤੋਂ ਬਾਅਦ ਪਾਰਟੀਕਲ ਮੂਵ ਕੀਤਾ P2 ਦੇ ਉੱਪਰ ਐਂਡ ਆਪਣੇ ਕੋਲ ਕੀ ਪ੍ਰੋਜੈਕਸ਼ਨ ਆ ਗਈ ਬੇਟਾ, ਫੁੱਲ ਸਕੇਲ O into y ਵਾਲੀ ਆ ਗਈ। ਸੋ ਇੱਥੇ ਆਪਣੇ ਕੋਲ ਪੁਆਇੰਟ ਆ ਗਿਆ 2 ਪ੍ਰਾਈਮ। ਉਸ ਤੋਂ ਬਾਅਦ ਪਾਰਟੀਕਲ ਨੈਕਸਟ ਅੱਗੇ ਮੂਵ ਕਰੇਗਾ, then again it is P3 and it will be on the other side, that will be 3 prime आ जाएगा। So 1 prime and 3 prime both will be on the same height। ਉਸ ਤੋਂ ਬਾਅਦ P4 ਦਾ ਪ੍ਰੋਜੈਕਸ਼ਨ ਕਿੰਨੀ ਹੋਗੀ ਬੇਟਾ 0। ਉਸ ਤੋਂ ਬਾਅਦ P5 ਇਹ ਆਪਾਂ ਨੈਗੇਟਿਵ ਐਕਸਿਸ ਵੱਲ ਆ ਗਏ ਐਂਡ P5 ਐਂਡ P7 will be on the same height, ਇਸ ਕਰਕੇ 5 prime and 7 prime and 6 ਵਾਲਾ ਪਾਰਟ ਜਿਹੜਾ ਆਏਗਾ ਨੀਚੇ ਆ ਜਾਏਗਾ ਐਂਡ ਅਲਟੀਮੇਟਲੀ 8 ਦੇ ਉੱਪਰ ਜਾ ਕੇ ਆਪਣੀ ਪ੍ਰੋਜੈਕਸ਼ਨ 0 ਹੋ ਜਾਏਗੀ। ਸੋ ਆਪਣੇ ਕੋਲ ਕਿਹੜੀ ਵੇਵ ਆ ਗਈ ਬੇਟਾ, ਸਾਈਨ ਵੇਵ ਆ ਗਈ। ਸੋ ਦਿਸ ਇਜ਼ ਸਾਈਨ ਆਫ ਥੀਟਾ। ਸੋ y is equal to a sin थीटा ਦੇ ਬਰਾਬਰ ਆਪਣੀ ਇਕੁਏਸ਼ਨ ਦਾ ਰਿਜ਼ਲਟ ਆ ਜਾਏਗਾ। ਸੋ ਅਗਰ ਪਾਰਟੀਕਲ ਦੀ ਪ੍ਰੋਜੈਕਸ਼ਨ ਆਪਾਂ y ਐਕਸਿਸ ਦੇ ਉੱਪਰ ਲੈ ਕੇ ਚੱਲੇ ਆ ਤਾਂ ਆਪਣੇ ਕੋਲ a sin थीटा ਆਏਗਾ। ਸੋ ਸਿਮਿਲਰਲੀ ਆਪਾਂ ਬੇਟਾ ਅਗਰ ਚੈੱਕ ਕਰੀਏ ਕਿ ਆਪਣੇ ਕੋਲ ਅਗਰ ਆਪਾਂ x ਐਕਸਿਸ ਦੇ ਉੱਪਰ ਪ੍ਰੋਜੈਕਟ ਕਰਵਾਉਂਦੇ ਆ, ਸਪੋਜ਼ ਕਰੋ P1 ਨੂੰ x ਐਕਸਿਸ ਦੇ ਉੱਪਰ ਪ੍ਰੋਜੈਕਟ ਕਰਵਾਇਆ ਤਾਂ ਕੀ ਆਏਗਾ, ਇਟ ਵਿਲ ਬੀ ਪ੍ਰੋਜੈਕਟਡ ਔਨਟੂ ਦਿਸ ਐਕਸਿਸ। ਤਾਂ ਇਸ ਕਰਕੇ ਹੋ ਜਾਏਗਾ ਆਪਣੇ ਕੋਲ ਕਿ P1 ਐਂਡ P7 ਦਾ ਡਿਸਟੈਂਸ ਸੇਮ ਹੋ ਜਾਏਗਾ। अगर P3 एंड P5 है इनू बेस एक्सिस वाला प्रोजेक्ट किया हुआ है ਤਾਂ ਆਪਣੇ ਕੋਲ ਕੀ ਆ ਜਾਏਗਾ 3 ਐਂਡ 5। ਸੋ ਯਾਦ ਰੱਖਣਾ ਬੇਟਾ ਅਗਰ y ਐਕਸਿਸ ਦੇ ਉੱਪਰ ਪ੍ਰੋਜੈਕਟ ਕਰ ਰਹੇ ਹੋ ਤਾਂ ਇਹ ਆਪਣਾ ਇਦਾਂ ਆਏਗਾ, ਅਗਰ x ਐਕਸਿਸ ਦੇ ਉੱਪਰ ਪ੍ਰੋਜੈਕਟ ਕਰ ਰਹੇ ਹੋ ਤਾਂ ਇਦਾਂ ਆਏਗਾ। ਠੀਕ ਹੈ ਜੀ। ਸੋ ਇਸ ਤਰ੍ਹਾਂ ਦਾ ਆਪਣੇ ਕੋਲ ਰਿਜ਼ਲਟ ਆ ਜਾਏਗਾ। ਸੋ ਆਪਣੇ ਕੋਲ ਕੀ ਹੈ P1 P3 ਜਿਹੜੇ ਹੈ P1 ਐਂਡ P7 ਸੇਮ ਹੋ ਗਏ ਬੇਟਾ, P3 एंड P5 सेम हो गए बिकॉज ये x एक्सिस है, ਇਹਦੇ ਉੱਪਰ ਇਹਦਾ ਦੋਨਾਂ ਦਾ डिस्टेंस सेम होएगा। सो दिस इज x एक्सिस प्रोजेक्शन। सो P3 एंड P5 आर सेम
P1 P7 आर सेम। उस तो बाद जो सेंटर वाला पार्ट होएगा P2 C सेंटर एंड 6 वो वाला पार्ट सेम हो जाएगा। P2 एंड 6 वाला पार्ट सेम हो गया तो P4 इधर आ गया बेटा एंड P0 P8 वो भी सेम हो गए। सो अपने को की बढ़िया बेटा अल्टीमेटली एक तो साइन वेव बनती है ना कि साइन वेव। सो कॉस वेव बनेगी। सो x इक्वल टू a cos थीटा के बराबर हो जाएगी। सो अपने को रिजल्ट वही आएंगे ਜਿਹੜੇ ਕਿ ਆਪਾਂ ਮੈਥਮੈਟਿਕਲੀ ਡਿਪਿਕਟ ਕੀਤੇ ਹੋਏ ਆ। ਜਿਸ ਤਰ੍ਹਾਂ y r sin थीटा हो गया तो sin ਆਪਣੇ ਕੋਲ ਆ ਗਿਆ। ਸਿਮਿਲਰਲੀ x ਆਪਣੇ ਕੋਲ ਕੀ ਆ ਗਿਆ r cos थीटा। तो r अपने को r cos थीटा कॉरस्पॉन्डिंग मतलब cos वेव आएगी तो sin वेव आ जाएगी। सो कैरेक्टरिस्टिक्स ऑफ द सिंपल हार्मोनिक मोशन है इसी चीज़ कंटिन्यूड है बेटा। काफी इंपॉर्टेंट टॉपिक है। ਤੁਹਾਨੂੰ ਫੁੱਲ ਫਲੈਜ ਐਜ਼ ਏ ਆਰਟੀਕਲ ਹੀ ਆਉਂਦਾ ਹੈ ਪੇਪਰ ਦੇ ਵਿੱਚ। ਸੋ ਡਿਸਪਲੇਸਮੈਂਟ ਕਿਸ ਤਰ੍ਹਾਂ ਦੀ ਹੋਏਗੀ। ਸੋ ਡਿਸਪਲੇਸਮੈਂਟ ਦਾ ਆਪਾਂ ਚਾਰਟ ਬਣਾਵਾਂਗੇ। ਡਿਸਪਲੇਸਮੈਂਟ ਦੇ ਐਕਸਪ੍ਰੈਸ਼ਨ ਟਰਾਈ ਕਰਾਂਗੇ। ਸੋ ਡਿਸਪਲੇਸਮੈਂਟ ਕੀ ਹੁੰਦੀ ਹੈ। So consider that a reference point is revolving in anti-clockwise direction with uniform angular velocity along a circle. So अपना वही चीज लेके चल रहे हैं बेटा। So अपने को किसी का पार्टिकल सिंपल हार्मोनिक मोशन एग्जीक्यूट करवा रहा है लेकिन अबाउट द प्रोजेक्शन तो सर्कुलर पार्टिकल सर्कुलर मोशन एग्जीक्यूट करवा रहा है। अपने को की है ओमेगा टी दिता है एट ए पर्टिकुलर टाइम t एट t इज इक्वल टू 0। अगर स्टार्टिंग टाइम लईए तो अपन पार्टिकल इज एट पॉइंट a मतलब कि अपन इनिशियल फेज इस केस ਵਿੱਚ फाई ਜਿਹੜਾ ਸੀ ਉਹ 0 ਕਰ ਦਿੱਤਾ। Let us consider simple harmonic motion executed by the projection of the revolving particle along y-axis. So ਆਪਾਂ ਇਹਦੇ ਵਿੱਚ ਕੀ ਲੈ ਕੇ ਚੱਲੇ ਆ y-axis ਦੇ ਉੱਪਰ ਪ੍ਰੋਜੈਕਸ਼ਨ ਲੈ ਕੇ ਚੱਲੇ ਆ। ਸੋ ਡਿਸਪਲੇਸਮੈਂਟ ਕੀ ਹੋਗੀ ਬੇਟਾ ਐਟ ਅ ਪਾਰਟਿਕੂਲਰ ਇਨਸਟੈਂਟ ਆਫ ਟਾਈਮ ਇਹਦੀ ਡਿਸਪਲੇਸਮੈਂਟ ਕੀ ਹੋਗੀ y। ਸੋ ਇਟ ਵਿਲ ਬੀ ਇਕੁਅਲ ਟੂ o into n। o n ਕਿੱਥੋਂ ਆ ਗਿਆ ਬੇਟਾ ਇਟ ਇਜ਼ ਇਕੁਅਲ ਟੂ ਹੁਣ ਦੇਖੋ ਬੇਟਾ ਇਹ ਜਿਹੜਾ ਮੈਂ ਸਟਾਰਟਿੰਗ से ਕਹਿ ਰਿਹਾ ਸੀ ਮੈਂ ਥੋੜੀ ਜਿਹੀ ਕਨਫਿਊਜ਼ਨ ਹੋ ਗਈ ਸੀ ਉਹ ਪਾਰਟ ਇਹੀ ਸੀਗਾ। ਸੋ ਅਗਰ ਆਪਾਂ a ਵਾਲਾ ਐਂਗਲ ਇਨਟੂ ਲੈ ਲਈਏ ਤਾਂ ਇਹ ਵਾਲਾ ਐਂਗਲ ਇਸ ਐਂਗਲ ਦੇ ਬਰਾਬਰ ਹੋ ਜਾਏਗਾ। ਠੀਕ ਹੈ ਜੀ। ਸੋ ਇਹਦੇ ਪਰਪੈਂਡੀਕੂਲਰ ਕਿਹੜਾ ਹੋ ਗਿਆ ਬੇਟਾ ਇਹ ਵਾਲੀ ਸਾਈਡ ਹੋ ਗਈ ਇਹਦੇ ਵਿੱਚ ਐਂਡ ਇਸ ਸਟਰਕਚਰ ਵਿੱਚ ਇਹ एंगल हो गया बेटा ओमेगा टी बन गया। सो सेम एंगल विल बी देयर। सो थीटा 1 शुड बी इक्वल टू थीटा 2 ये अपने को आ गया। तो अगर ओमेगा टी है बेटा आ ਤੁਹਾਡੇ ਕੋਲ ਕੀ ਹੋ ਗਿਆ 90 डिग्री ਦਾ एंगल हो गया। सो एक कॉरस्पॉन्डिंग आ ਤੁਹਾਡੇ ਕੋਲ परपेंडिकुलर हो गया ये बेस हो गया ये हाइपोटेन्यूज हो गया। सो परपेंडिकुलर डिवाइडेड बाय hypotenuse it will turn out to be a sin theta or omega sin of omega t। so sin of omega t की हो गया बेटा y by r and y is equal to r sin of omega t। मतलब ਜਿਹੜੀ पार्टिकल ਦੀ displacement है from the mean position at a particular instant of time t so it will turn out to be y is equal to r sin omega t ਦੇ ਬਰਾਬਰ ਆ ਜਾਏਗੀ। so ਇੱਥੇ ਆਪਾਂ ਕੀ ਲਿਖ ਸਕਦੇ ਬੇਟਾ omega t ਆਪਾਂ ਨੂੰ ਪਤਾ ਹੈ ਸੌਰੀ omega ਆਪਾਂ ਨੂੰ ਪਤਾ ਹੈ ਬੇਟਾ 2 pi by capital T ਹੈ ਤਾਂ ਉਸ ਵਿੱਚ ਆਪਾਂ ਕੀ ਲਿਖਾਂਗੇ omega ਦੀ ਵੈਲਿਊ ਫਿਲ ਕਰ ਦਾਂਗੇ। ठीक है जी। सो y is equal to r sin omega t 2 pi by capital T into small t। small t अपना ਜਿਹੜਾ टाइम वेरी कर रहा है and t अपना ਇੱਥੇ टाइम पीरियड आ गया। सो ਇਸ ਕੇਸ ਤੋਂ ਬਾਅਦ ਆਪਣੇ ਕੋਲ ਕੀ ਹੈ डिस्प्लेसमेंट ਸੀ। ਉਸ ਤੋਂ ਬਾਅਦ ਆਪਣੇ ਕੋਲ ਕੀ ਆ ਜਾਂਦਾ ਬੇਟਾ वेलोसिटी ਦਾ ਕਨਸੈਪਟ ਆ ਜਾਂਦਾ ਹੈ। सो वेलोसिटी ਦੀ ਡੈਫੀਨੇਸ਼ਨ ਜਿਹੜੀ ਦਿੱਤੀ ਹੈ ਮੈਗਨੀਟਿਊਡ ਆਫ ਦੀ वेलोसिटी ਆਪਣੇ ਕੋਲ ਕੀ ਹੋਏਗਾ वेलोसिटी is equal to r into omega। ठीक है जी। सो वेलोसिटी डेफिनेशन ਇਹਦੇ ਅਕੋਰਡਿੰਗ ਦਿੱਤੀ ਹੋਈ ਹੈ। सो वेलोसिटी किस तरह आएगी बेटा एट ਹੁਣ ਤੁਸੀਂ ਫਿਗਰ ਵੀ ਚੈੱਕ ਕਰ ਸਕਦੇ ਹੋ। ठीक है। सो ਫਿਗਰ ਦੇ ਵਿੱਚ ਕੀ ਆ ਗਿਆ ਬੇਟਾ ਫਿਗਰ ਦੇ ਵਿੱਚ ਪਾਰਟੀਕਲ ਦੀ वेलोसिटी ਕਿੱਧਰ ਨੂੰ ਹੋਏਗੀ ਅਗਰ ਸਪੋਜ਼ ਕਰੋ ਪਾਰਟੀਕਲ ਇਸ ਪੁਆਇੰਟ ਦੇ ਉੱਪਰ ਹੈ ਐਕਚੁਅਲ वेलोसिटी ਕਿੱਧਰ ਹੈ ਬੇਟਾ ਅਲੋਂਗ ਦੀ टेंजेंट टू दी सर्कल। एक एक्सक्यूज मी बेटा हाँ जी सर। हाँ जी बेटा। सो एट एनी टाइम अपने को की है बेटा अपने को पॉइंट P ਦਿੱਤਾ ਹੋਇਆ ਹੈ तो ਇਹਦੇ ਕੋਰਸਪੋਂਡਿੰਗ ਆਪਣੇ ਕੋਲ ਕੀ ਹੋਏਗਾ ਪਾਰਟੀਕਲ ਦੀ ਜਿਹੜੀ वेलोसिटी ਹੋਏਗੀ ਇਟ ਵਿਲ ਬੀ ਅਲੋਂਗ ਦੀ ਟੈਂਜੈਂਟ ਟੂ ਦੀ ਸਰਕਲ। ਠੀਕ ਹੈ ਜੀ। ਸੋ ਲੇਕਿਨ ਇਹਦੇ ਹੁਣ ਆਪਾਂ ਕੀ ਹੈ ਬੇਟਾ ਓਮੇਗਾ ਟੀ ਦਿੱਤਾ ਹੋਇਆ ਇਹਦੇ ਪਰਪੈਂਡੀਕੂਲਰ ਕਿਹੜਾ ਹੋ ਗਿਆ ਬੇਟਾ ਇਹ ਵਾਲੀ ਲਾਈਨ ਹੋਗੀ ਐਂਡ ਇਸ ਤੋਂ ਬਾਅਦ ਕੀ ਹੋ ਗਿਆ ਆਪਣੇ ਕੋਲ
ਜਿਹੜਾ ਐਂਗਲ ਇਹਦੀ ਪਰਪੈਂਡੀਕੂਲਰ ਕਿਹੜੀ ਹੋਗੀ ਬੇਟਾ ਇਹ ਵਾਲੀ ਲਾਈਨ ਹੋਗੀ। ਸੋ ਇਹ ਐਂਗਲ ਕਿੰਨਾ ਹੋ ਗਿਆ ਓਮੇਗਾ ਟੀ, ਉਹਦੀ ਕੋਰਸਪੋਂਡਿੰਗ ਇਹ ਵਾਲਾ ਪਾਰਟ ਅਗਰ ਇਹਦੀ ਅਗਰ ਇਹਦਾ ਪਰਪੈਂਡੀਕੂਲਰ ਕੰਸੀਡਰ ਕਰੀਏ ਤਾਂ ਇਹ ਕੀ ਹੋ ਜਾਏਗਾ ਬੇਟਾ v ਆਫ cos ਆਫ ਓਮੇਗਾ ਟੀ ਐਂਡ ਇਹਦੀ ਪਰਪੈਂਡੀਕੂਲਰ ਕਿਹੜਾ ਹੈ v ਆਫ sin ਆਫ ਓਮੇਗਾ ਟੀ ਹੋ ਜਾਏਗਾ। ਸੋ ਪਾਰਟੀਕਲ ਦੀ ਵੈਲੋਸਿਟੀ ਇਨਸਾਈਡ ਕਿਹੜੀ ਹੋ ਜਾਏਗੀ ਬੇਟਾ v ਆਫ v ਪ੍ਰਾਈਮ sin ਆਫ ਓਮੇਗਾ ਟੀ, ਸੌਰੀ v sin ਓਮੇਗਾ ਟੀ, ਇਧਰ v cos ਓਮੇਗਾ ਟੀ ਹੋ ਜਾਏਗੀ ਜਸਟ ਲਾਈਕ ਆਪਾਂ ਰਿਜ਼ੋਲਵਿੰਗ ਆਫ ਦੀ ਕੰਪੋਨੈਂਟਸ। ਸੋ ਪਾਰਟੀਕਲ ਦੀ ਵੈਲੋਸਿਟੀ along the y axis, so y axis ਦੇ along ਕਿਹੜੀ ਹੋਗੀ ਬੇਟਾ ਇਹ ਕਿ ਆਪਣੇ ਕੋਲ ਹੋਗੀ ਇਹਦੇ ਅਕੋਰਡਿੰਗ। ਸੋ ਇਹਦੇ ਅਕੋਰਡਿੰਗ ਕੀ ਹੋ ਜਾਏਗਾ ਬੇਟਾ v cos omega t। so velocity along the y direction and velocity along the x direction, so v will turn out to be v cos of omega t आ गया। so v is equal to v कैपिटल v हो गया r of omega ਦੇ ਬਰਾਬਰ ਹੋ ਗਿਆ ਜੀ, ਠੀਕ ਹੈ। so r of omega cos of omega t ਆ ਗਿਆ, ਠੀਕ ਹੈ ਜੀ। ਉਹ ਦੇ ਵਿੱਚ ਆਪਾਂ ਵੈਲਿਊਜ਼ ਵਗੈਰਾ ਪੁੱਟ ਕਰ ਦਿੰਦੇ ਹਾਂ omega ਦੀਆਂ 2 ਪਾਈ ਬਾਈ ਕੈਪੀਟਲ t। ਸੋ ਜ਼ਿਆਦਾ ਕੋਈ ਜ਼ਰੂਰਤ ਨਹੀਂ ਹੈ, ਹਾਰਡ ਐਂਡ ਫਾਸਟ ਲੋਡ ਨਹੀਂ ਹੈ ਇਹਦੇ ਵਿੱਚ, ਆਪਾਂ ਸਿਰਫ ਤੇ ਸਿਰਫ ਰਿਜ਼ਲਟ ਫਾਈਂਡ ਆਊਟ ਕਰਾਂਗੇ। ਸੋ v is equal to r omega cos of omega t ਆਪਣੇ ਕੋਲ ਰਿਜ਼ਲਟ ਆ ਗਿਆ ਜੀ। ਉਸ ਤੋਂ ਬਾਅਦ omega ਆਪਣੇ ਕੋਲ ਜਿਹੜਾ ਰਿਜ਼ਲਟ ਆਇਆ, ਉਸ ਤੋਂ ਬਾਅਦ ਆਪਣੇ ਕੋਲ ਕੀ ਕਰਾਂਗੇ ਬੇਟਾ ਆਪਾਂ ਇਹਦੀ ਸਿਰਫ ਤੇ ਸਿਰਫ r cos omega t ਹੈ, ਇਹਨੂੰ ਆਪਾਂ ਸਕੁਅਰ ਰੂਟ ਦੇ ਵਿੱਚ ਲੈ ਲਿਆ ਹੋਇਆ ਬੇਟਾ r ਸਕੁਅਰ cos ਸਕੁਅਰ omega t, ਬਿਕਾਜ਼ ਸਕੁਅਰ ਦੇ ਨਾਲ ਸਕੁਅਰ ਰੂਟ ਕੈਨਸਲ ਹੋ ਜਾਏਗਾ, ਇਹ ਆਪਾਂ ਖੁਦ ਹੀ ਡਿਜ਼ਾਈਨ ਕੀਤਾ ਹੋਇਆ। ਉਸ ਤੋਂ ਬਾਅਦ cos ਸਕੁਅਰ omega t ਜਿਹੜਾ ਹੈ ਉਹਨੂੰ 1 - sin ਸਕੁਅਰ omega t ਦੇ ਵਿੱਚ ਲਿਖਿਆ ਜਾ ਸਕਦਾ ਹੈ। ਸੋ ਇਸ ਤੋਂ ਬਾਅਦ ਕੀ ਹੈ ਇਹਨੂੰ ਅੰਦਰ r ਸਕੁਅਰ ਨੂੰ ਆਪਾਂ ਅੰਦਰ ਲੈ ਕੇ ਗਏ ਹੋਏ ਆ। ਸੋ ਇਸ ਤੋਂ ਬਾਅਦ ਆਪਣੇ ਕੋਲ ਕੀ ਹੈ r sin omega t ਕੀ ਹੁੰਦਾ ਬੇਟਾ y ਦੇ ਬਰਾਬਰ ਹੁੰਦਾ ਹੈ, ਇਹ ਆਪਾਂ ਸਟਾਰਟਿੰਗ ਦੇ ਵਿੱਚ ਐਕਸਪਲੋਰ ਕੀਤਾ ਹੈ ਜਿਸ ਤਰ੍ਹਾਂ ਡਿਸਪਲੇਸਮੈਂਟ ਫਾਈਂਡ ਆਊਟ ਕੀਤੀ ਹੈ। ਉਸ ਤੋਂ ਬਾਅਦ ਆਪਾਂ ਕੀ ਲਿਖਾਂਗੇ v is equal to omega r square minus y square ਦੇ ਬਰਾਬਰ ਆ ਜਾਂਦਾ ਹੈ, v is equal to 2 pi by capital T into r square minus y square ਦੇ ਬਰਾਬਰ ਆ ਜਾਏਗਾ, ਠੀਕ ਹੈ। so these equations give velocity of the simple harmonic motion when its displacement is y। so ਆਪਣੇ ਕੋਲ displacement ਆ ਜਾਂਦੀ ਹੈ, ਠੀਕ ਹੈ ਜੀ। ਸੋ ਆਪਣੇ ਕੋਲ ਦੋ ਤਰ੍ਹਾਂ ਦੇ ਕੇਸ ਆਣਗੇ ਬੇਟਾ, when the particle is at its mean position, ਜਦੋਂ ਪਾਰਟੀਕਲ ਤੁਹਾਡਾ ਮੀਨ ਪੋਜੀਸ਼ਨ ਦੇ ਉੱਪਰ ਹੋ ਜਾਂਦਾ ਹੈ ਤਾਂ ਤੁਹਾਡੇ ਕੋਲ ਡਿਸਪਲੇਸਮੈਂਟ ਕੀ ਆ ਗਈ ਬੇਟਾ 0 ਆ ਗਈ। ਸੋ v is equal to omega r square minus y square, so y is equal to 0 ਤਾਂ ਇਹ ਤੁਹਾਡੇ ਕੋਲ ਮੈਕਸਿਮਮ ਆਏਗਾ, ਬਿਕਾਜ਼ ਇਹਦੇ ਵਿੱਚ ਜਿਹੜਾ ਮਾਈਨਸ ਵਾਲਾ ਫੈਕਟਰ ਸੀ ਅਗਰ ਘਟ ਗਿਆ ਤਾਂ ਉਹਦੇ ਵਿੱਚ ਕੀ ਹੋ ਜਾਏਗਾ ਤੁਹਾਡੇ ਕੋਲ ਮੈਕਸਿਮਮ ਵੈਲੋਸਿਟੀ ਆ ਜਾਏਗੀ। so v max will be equal to r of omega, so omega is equal to 2 pi by capital T ਪੁੱਟ ਕਰਕੇ ਦੇਖ ਸਕਦੇ ਹੋ। when the particle is at the extreme position, ਅਗਰ ਪਾਰਟੀਕਲ ਤੁਹਾਡਾ ਐਕਸਟ੍ਰੀਮ ਪੋਜੀਸ਼ਨ ਤੇ ਹੋਏਗਾ ਤਾਂ ਕੀ ਹੋ ਜਾਏਗਾ ਬੇਟਾ y will be equal to r ਦੇ ਬਰਾਬਰ ਹੋ ਜਾਏਗਾ, ਸੋ ਰੇਡੀਅਸ ਦੇ ਬਰਾਬਰ ਹੋ ਜਾਏਗਾ, ਠੀਕ ਹੈ ਜੀ। ਇਸ ਕਰਕੇ ਆਪ r square minus r square ਰੱਖ ਸਕਦੇ 0 ਹੋ ਜਾਏਗਾ। so the velocity is defined as the time rate of change of displacement ਦੇ ਬਰਾਬਰ ਹੋ ਜਾਏਗਾ। ਸੋ ਐਕਸਲਰੇਸ਼ਨ ਵਾਲਾ ਕਨਸੈਪਟ ਬੇਟਾ ਆਪਾਂ ਫਾਈਂਡ ਆਊਟ ਕਰ ਸਕਦੇ ਹਾਂ, ਉਹ ਲੇਕਿਨ ਆਪਾਂ ਨੈਕਸਟ ਟਾਈਮ ਕਰਾਂਗੇ, ਠੀਕ ਹੈ ਬੇਟਾ। ਸੋ ਥੈਂਕ ਯੂ ਵੈਰੀ ਮਚ। ਬਾਕੀ ਅਗਰ ਕੋਈ ਡਾਊਟਸ ਵਗੈਰਾ ਹੈਗੇ ਆ ਬੇਟਾ ਤਾਂ ਮੈਨੂੰ ਦੱਸ ਦਿਓ। ਸੋ ਆਪਣੇ ਲੈਕਚਰ ਦਾ ਟਾਈਮ ਵੀ ਆਲਮੋਸਟ ਖਤਮ ਹੀ ਹੈ, ਬਿਕਾਜ਼ ਆਪਣੇ ਕੋਲ ਜ਼ੂਮ ਦੇ ਉੱਪਰ ਟਾਈਮ ਹੀ ਆਪਾਂ ਲਿਮਿਟਡ ਮਿਲਦਾ ਹੈ। ਥੈਂਕ ਯੂ।